ਕੀ ਤੁਸੀਂ ਕਦੇ ਸੋਚਿਆ ਹੈ ਕਿ ਇਤਿਹਾਸ ਅਕਸਰ ਆਪਣੇ ਆਪ ਨੂੰ ਕਿੰਨੇ ਹੈਰਾਨੀਜਨਕ ਤਰੀਕਿਆਂ ਨਾਲ ਦੁਹਰਾਉਂਦਾ ਹੈ? ਕਦੇ-ਕਦੇ ਵੱਖ-ਵੱਖ ਸਦੀਆਂ ਦੀਆਂ ਵੱਡੀਆਂ ਘਟਨਾਵਾਂ ਕਿਸੇ ਇੱਕੋ ਤਾਰੀਖ ਦੇ ਆਲੇ-ਦੁਆਲੇ ਆ ਕੇ ਜੁੜ ਜਾਂਦੀਆਂ ਹਨ। ਸਰੋਤਾਂ ਦੇ ਇਸ ਐਕਸਪਲੇਨਰ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਭਾਰਤੀ ਪ੍ਰਭੂਸੱਤਾ ਅਤੇ ਆਜ਼ਾਦੀ ਦੇ ਸੰਘਰਸ਼ ਦੇ ਦੋ ਬਹੁਤ ਹੀ ਕਮਾਲ ਦੇ ਇਤਿਹਾਸਿਕ ਪਲਾਂ ਤੇ ਗੱਲ ਕਰਨ ਜਾ ਰਹੇ ਹਾਂ। ਇਨ੍ਹਾਂ ਦੋਵਾਂ ਘਟਨਾਵਾਂ ਵਿੱਚ ਇੱਕ ਬਹੁਤ ਹੀ ਅਦਭੁਤ ਇਤਫਾਕ ਹੈ। ਇਹ ਦੋਵੇਂ ਬਿਲਕੁਲ ਇੱਕੋ ਤਾਰੀਖ ਯਾਨੀ 4 ਮਈ ਨੂੰ ਵਾਪਰੀਆਂ, ਪਰ ਇਨ੍ਹਾਂ ਵਿਚਕਾਰ ਪੂਰੇ 85 ਸਾਲਾਂ ਦਾ ਫਾਸਲਾ ਸੀ। ਇੱਕ ਪਾਸੇ ਇੱਕ ਮਾਂ ਦੀ ਚੁੱਪ ਪਰ ਬਹੁਤ ਹੀ ਮਜ਼ਬੂਤ ਬਗਾਵਤ ਹੈ ਅਤੇ ਦੂਜੇ ਪਾਸੇ ਇੱਕ ਜਨਰਲ ਦਾ ਸਿੱਧਾ ਹਥਿਆਰਬੰਦ ਸੰਘਰਸ਼। ਤਾਂ ਆਓ ਇਤਿਹਾਸ ਦੇ ਇਨ੍ਹਾਂ ਪੰਨਿਆਂ ਨੂੰ ਫਰੋਲਦੇ ਹਾਂ ਅਤੇ ਦੇਖਦੇ ਹਾਂ ਕਿ ਇਹ ਤਾਰੀਖ ਸਾਨੂੰ ਕੀ ਦੱਸਦੀ ਹੈ। ਖੈਰ, ਆਓ ਅੱਜ ਦੇ ਇਸ ਵਿਸ਼ਲੇਸ਼ਣ ਦੀ ਰੂਪਰੇਖਾ ਤੇ ਇੱਕ ਝਾਤ ਮਾਰੀਏ। ਆਪਾਂ ਸ਼ੁਰੂਆਤ ਕਰਾਂਗੇ 4 ਮਈ ਦੇ ਸਬੰਧ ਤੋਂ, ਫਿਰ ਇੱਕ ਮਹਾਰਾਣੀ ਦੀ ਜਲਾਵਤਨੀ, ਗੁੰਮ ਹੋਏ ਸਾਮਰਾਜ ਦੀ ਮੁੜ ਪ੍ਰਾਪਤੀ, ਆਈਐਨਏ ਦਾ ਨਿਰਮਾਤਾ, ਪੁਨਰ ਸੁਰਜੀਤੀ ਤੇ ਮੁਕੱਦਮੇ ਅਤੇ ਅਖੀਰ ਵਿੱਚ ਗੱਲ ਕਰਾਂਗੇ ਪ੍ਰਭੂਸੱਤਾ ਦੇ ਦੋ ਰਸਤਿਆਂ ਬਾਰੇ। ਤਾਂ ਫਿਰ ਆਓ ਸ਼ੁਰੂ ਕਰਦੇ ਹਾਂ ਆਪਣੇ ਪਹਿਲੇ ਭਾਗ ਤੋਂ, 4 ਮਈ ਦਾ ਸਬੰਧ ਅਤੇ ਬਗਾਵਤ ਦੀ ਇੱਕ ਸਮਾਂ ਰੇਖਾ। ਹੁਣ ਜੋ ਗੱਲ ਇੱਥੇ ਸਭ ਤੋਂ ਦਿਲਚਸਪ ਹੈ ਉਹ ਇਹ ਹੈ ਕਿ ਬ੍ਰਿਟਿਸ਼ ਰਾਜ ਵਿਰੁੱਧ ਵਿਰੋਧ ਦਾ ਕੋਈ ਇੱਕੋ-ਇੱਕ ਤਰੀਕਾ ਨਹੀਂ ਸੀ। ਕਈ ਵਾਰ ਇਹ ਬਗਾਵਤ ਬਹੁਤ ਨਿੱਜੀ ਸੀ ਤੇ ਕਈ ਵਾਰ ਬਿਲਕੁਲ ਖੁੱਲ੍ਹੀ ਅਤੇ ਫੌਜੀ। ਜ਼ਰਾ ਇਸ 85 ਸਾਲਾਂ ਦੇ ਵਿਸ਼ਾਲ ਫਾਸਲੇ ਵੱਲ ਧਿਆਨ ਦਿਓ। 1849 ਵਿੱਚ ਪੰਜਾਬ ਉੱਤੇ ਕਬਜ਼ਾ ਹੁੰਦਾ ਹੈ ਤੇ ਫਿਰ 1861 ਵਿੱਚ ਮਹਾਰਾਣੀ ਜਿੰਦ ਕੌਰ ਦਾ 4 ਮਈ ਦਾ ਉਹ ਇਤਿਹਾਸਿਕ ਸਫ਼ਰ ਸ਼ੁਰੂ ਹੁੰਦਾ ਹੈ। ਦੂਜੇ ਪਾਸੇ ਕਈ ਦਹਾਕਿਆਂ ਬਾਅਦ 1941 ਵਿੱਚ ਮਲਾਇਆ ਦੇ ਪਤਨ ਨਾਲ ਇੱਕ ਨਵੀਂ ਕਹਾਣੀ ਜਨਮ ਲੈਂਦੀ ਹੈ, ਜਿਸ ਦਾ ਸਿਖਰ 1946 ਵਿੱਚ ਜਨਰਲ ਮੋਹਨ ਸਿੰਘ ਦੀ 4 ਮਈ ਦੀ ਰਿਹਾਈ ਨਾਲ ਹੁੰਦਾ ਹੈ। ਵੱਖੋ-ਵੱਖਰੇ ਯੁੱਗ ਪਰ ਮਕਸਦ ਬਿਲਕੁਲ ਇੱਕੋ। ਅੱਗੇ ਵਧਦੇ ਹਾਂ ਦੂਜੇ ਭਾਗ ਵੱਲ, ਇੱਕ ਮਹਾਰਾਣੀ ਦੀ ਜਲਾਵਤਨੀ, ਜੋ ਕਿ ਅਸਲ ਵਿੱਚ ਇੱਕ ਮਾਂ ਦਾ ਦਰਦਨਾਕ ਵਿਛੋੜਾ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਪਤਨੀ ਮਹਾਰਾਣੀ ਜਿੰਦ ਕੌਰ ਬ੍ਰਿਟਿਸ਼ ਰਾਜ ਦੇ ਖਿਲਾਫ ਇੱਕ ਬਹੁਤ ਹੀ ਨਿਡਰ ਪ੍ਰਤੀਕ ਸਨ। ਅਤੇ ਇੱਥੇ ਇਹ ਅੰਕ 13 ਕੋਈ ਆਮ ਸੰਖਿਆ ਨਹੀਂ ਹੈ। ਇਹ ਇੱਕ ਬਹੁਤ ਹੀ ਭਾਵੁਕ ਅਤੇ ਦਰਦਨਾਕ ਸੱਚਾਈ ਬਿਆਨ ਕਰਦਾ ਹੈ। 1849 ਦੇ ਕਬਜ਼ੇ ਤੋਂ ਬਾਅਦ ਅੰਗਰੇਜ਼ ਮਹਾਰਾਣੀ ਦੇ ਪ੍ਰਭਾਵ ਤੋਂ ਇੰਨਾ ਡਰਦੇ ਸਨ ਕਿ ਉਹਨਾਂ ਨੇ ਬਗਾਵਤ ਨੂੰ ਰੋਕਣ ਲਈ ਮਹਾਰਾਣੀ ਨੂੰ ਕੈਦ ਕਰਕੇ ਦੇਸ਼ ਨਿਕਾਲਾ ਦੇ ਦਿੱਤਾ। ਤੇ ਸਭ ਤੋਂ ਵੱਡਾ ਜ਼ੁਲਮ, ਉਹਨਾਂ ਨੂੰ ਆਪਣੇ ਛੋਟੇ ਬੱਚੇ ਮਹਾਰਾਜਾ ਦਲੀਪ ਸਿੰਘ ਤੋਂ ਪੂਰੇ 13 ਸਾਲਾਂ ਵੀ ਵੱਖ ਕਰ ਦਿੱਤਾ ਗਿਆ। ਬਸਤੀਵਾਦੀ ਜ਼ੁਲਮ ਦੀ ਇਸ ਤੋਂ ਵੱਡੀ ਮਿਸਾਲ ਹੋਰ ਕੀ ਹੋ ਸਕਦੀ ਹੈ? ਪਰ ਜਿਵੇਂ ਕਹਿੰਦੇ ਨੇ, ਇੱਕ ਮਾਂ ਨੂੰ ਆਪਣੇ ਬੱਚੇ ਤੋਂ ਬਹੁਤੀ ਦੇਰ ਦੂਰ ਨਹੀਂ ਰੱਖਿਆ ਜਾ ਸਕਦਾ। ਆਓ ਉਹਨਾਂ ਦੇ ਸਫ਼ਰ ਨੂੰ ਸਮਝੀਏ। ਜਨਵਰੀ 1861 ਵਿੱਚ ਇੱਕ ਲੰਬੇ ਅਤੇ ਬੇਚੈਨ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਕਲਕੱਤਾ ਦੇ ਸਪੈਂਸਰਜ਼ ਹੋਟਲ ਵਿੱਚ ਮਾਂ ਅਤੇ ਪੁੱਤਰ ਦਾ ਮਿਲਾਪ ਹੁੰਦਾ ਹੈ। ਅਤੇ ਫਿਰ ਆਉਂਦੀ ਹੈ ਸਾਡੇ ਅੱਜ ਦੇ ਐਕਸਪਲੇਨਰ ਦੀ ਮੁੱਖ ਤਾਰੀਖ, 4 ਮਈ 1861, ਜਦੋਂ ਉਹ ਬੰਬੇ ਤੋਂ ਇੰਗਲੈਂਡ ਲਈ ਰਵਾਨਾ ਹੋਏ। ਉਹਨਾਂ ਦਾ ਲੰਡਨ ਪਹੁੰਚਣਾ ਕੋਈ ਆਮ ਸਫ਼ਰ ਨਹੀਂ ਸੀ। ਇਹ ਆਪਣੀ ਆਖਰੀ ਵਿਰਾਸਤ ਦੀ ਨੀਂਹ ਰੱਖਣ ਵੱਲ ਇੱਕ ਵੱਡਾ ਕਦਮ ਸੀ। ਅਤੇ ਇੱਥੇ ਆਉਂਦਾ ਹੈ ਸਾਡਾ ਤੀਜਾ ਭਾਗ, ਗੁੰਮ ਹੋਏ ਸਾਮਰਾਜ ਦੀ ਮੁੜ ਪ੍ਰਾਪਤੀ, ਇੱਕ ਸ਼ਾਂਤ ਬਗਾਵਤ। ਲੰਡਨ ਵਿੱਚ ਬਤੀਤ ਕੀਤੇ ਮਹਾਰਾਣੀ ਦੇ ਆਖਰੀ ਸਾਲ ਬਿਲਕੁਲ ਕਮਾਲ ਦੇ ਸਨ। ਭਾਵੇਂ ਉਹਨਾਂ ਦੀ ਨਜ਼ਰ ਚਲੀ ਗਈ ਸੀ ਅਤੇ ਸਿਹਤ ਲਗਾਤਾਰ ਡਿੱਗ ਰਹੀ ਸੀ, ਪਰ ਉਹਨਾਂ ਦਾ ਦਿਮਾਗ ਅਤੇ ਇਰਾਦਾ ਪੂਰੀ ਤਰ੍ਹਾਂ ਤਿੱਖਾ ਸੀ। ਉਹਨਾਂ ਦੀ ਬਗਾਵਤ ਦਾ ਤਰੀਕਾ ਬਦਲ ਗਿਆ ਸੀ। ਉਹਨਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਲਗਾਤਾਰ ਉਸ ਦੀ ਸ਼ਾਨਦਾਰ ਸਿੱਖ ਵਿਰਾਸਤ ਅਤੇ ਖੁੱਸ ਚੁੱਕੇ ਸਾਮਰਾਜ ਬਾਰੇ ਯਾਦ ਦਿਲਵਾਇਆ। ਤੇ ਤੁਹਾਨੂੰ ਪਤਾ ਹੈ ਇਸ ਸ਼ਾਂਤ ਪਰ ਲਗਾਤਾਰ ਕੋਸ਼ਿਸ਼ ਦਾ ਕੀ ਨਤੀਜਾ ਨਿਕਲਿਆ? ਸਿੱਖ ਸਾਮਰਾਜ ਦੇ ਆਖਰੀ ਮਹਾਰਾਜੇ ਨੇ ਮੁੜ ਸਿੱਖੀ ਨੂੰ ਅਪਣਾ ਲਿਆ। ਸੱਚਮੁੱਚ ਇਸ ਸੱਭਿਆਚਾਰਕ ਦ੍ਰਿੜਤਾ ਦੀ ਇੱਕ ਬੇਮਿਸਾਲ ਜਿੱਤ ਸੀ। ਹੁਣ ਚਲਦੇ ਹਾਂ ਚੌਥੇ ਭਾਗ ਵੱਲ, ਆਈਐਨਏ ਦਾ ਨਿਰਮਾਤਾ ਅਤੇ ਹਥਿਆਰਬੰਦ ਸੰਘਰਸ਼। ਆਓ ਹੁਣ ਸਮੇਂ ਵਿੱਚ ਪੂਰੇ 85 ਸਾਲ ਅੱਗੇ ਛਾਲ ਮਾਰੀਏ। ਅਸੀਂ 19ਵੀਂ ਸਦੀ ਦੇ ਮਹਿਲਾਂ ਤੋਂ ਨਿਕਲ ਕੇ ਦੂਜੇ ਵਿਸ਼ਵ ਯੁੱਧ ਦੇ ਗੁੰਝਲਦਾਰ ਮਾਹੌਲ ਵਿੱਚ ਆ ਗਏ ਹਾਂ। ਇੱਥੇ ਸਾਡੀ ਮੁਲਾਕਾਤ ਹੁੰਦੀ ਹੈ ਜਨਰਲ ਮੋਹਨ ਸਿੰਘ ਨਾਲ। ਉਹਨਾਂ ਦਾ ਰਸਤਾ ਮਹਾਰਾਣੀ ਤੋਂ ਬਿਲਕੁਲ ਵੱਖਰਾ ਸੀ। ਆਈਐਨਏ, ਇੰਡੀਅਨ ਨੈਸ਼ਨਲ ਆਰਮੀ, ਕੋਈ ਆਮ ਫੌਜ ਨਹੀਂ ਸੀ। ਜਦੋਂ 1941 ਵਿੱਚ ਮਲਾਇਆ ਵਿੱਚ ਬ੍ਰਿਟਿਸ਼ ਫੌਜ ਹਾਰ ਗਈ ਤਾਂ ਜਾਪਾਨੀਆਂ ਅੱਗੇ ਆਤਮ ਸਮਰਪਣ ਕਰਨ ਵਾਲੇ ਭਾਰਤੀ ਜੰਗੀ ਕੈਦੀਆਂ ਨੂੰ ਇਕੱਠਾ ਕਰਕੇ ਕੈਪਟਨ ਮੋਹਨ ਸਿੰਘ ਨੇ ਇਸ ਦੀ ਨੀਂਹ ਰੱਖੀ। ਸੋਚੋ, ਬ੍ਰਿਟਿਸ਼ ਸਾਮਰਾਜ ਦੇ ਸਿੱਖਿਅਤ ਸੈਨਿਕਾਂ ਨੂੰ ਹੀ ਉਹਨਾਂ ਦੇ ਖਿਲਾਫ ਖੜਾ ਕਰਨਾ। ਕੀ ਗੱਲ ਹੈ!
ਪਰ ਠਹਿਰੋ, ਇੱਥੇ ਕਹਾਣੀ ਇੱਕ ਬਹੁਤ ਗੰਭੀਰ ਮੋੜ ਲੈਂਦੀ ਹੈ। 1942 ਦੇ ਅੰਤ ਤੱਕ ਮੋਹਨ ਸਿੰਘ ਨੂੰ ਜਾਪਾਨੀਆਂ ਦੇ ਅਸਲ ਇਰਾਦਿਆਂ ਤੇ ਸ਼ੱਕ ਹੋਣ ਲੱਗ ਪਿਆ। ਇਹ ਬਹੁਤ ਹੀ ਨਾਜ਼ੁਕ ਸਮਾਂ ਸੀ। ਉਹਨਾਂ ਨੂੰ ਲੱਗਾ ਕਿ ਕਿਤੇ ਜਾਪਾਨੀ ਆਈਐਨਏ ਨੂੰ ਭਾਰਤ ਦੀ ਆਜ਼ਾਦੀ ਲਈ ਨਹੀਂ ਬਲਕਿ ਆਪਣੇ ਫਾਇਦੇ ਲਈ ਵਰਤ ਰਹੇ ਹੋਣ। ਉਹਨਾਂ ਨੂੰ ਡਰ ਸੀ ਕਿ ਇਹ ਫੌਜ ਮਹਿਜ਼ ਇੱਕ ਕਠਪੁਤਲੀ ਫੌਜ ਬਣ ਕੇ ਰਹਿ ਜਾਵੇਗੀ। ਜ਼ਾਹਿਰ ਹੈ, ਮੋਹਨ ਸਿੰਘ ਲਈ ਇੱਕ ਗੁਲਾਮੀ ਛੱਡ ਕੇ ਦੂਜੀ ਗੁਲਾਮੀ ਸਵੀਕਾਰ ਕਰਨਾ ਕਦੇ ਵੀ ਮਨਜ਼ੂਰ ਨਹੀਂ ਸੀ। ਇਸ ਲਈ ਜਦੋਂ ਉਹਨਾਂ ਨੂੰ ਜਾਪਾਨੀਆਂ ਦੇ ਇਰਾਦਿਆਂ ਤੇ ਪੱਕਾ ਯਕੀਨ ਹੋ ਗਿਆ ਤਾਂ ਉਹਨਾਂ ਨੇ ਬਿਨਾਂ ਕੋਈ ਦੇਰੀ ਕੀਤਿਆਂ ਆਈਐਨਏ ਨੂੰ ਭੰਗ ਕਰਨ ਦਾ ਹੁਕਮ ਦੇ ਦਿੱਤਾ। ਇਹ ਬਹੁਤ ਵੱਡਾ ਫੈਸਲਾ ਸੀ। ਇਸ ਦੇ ਨਤੀਜੇ ਵਜੋਂ ਜਾਪਾਨੀ ਫੌਜ ਨੇ ਤੁਰੰਤ ਕਾਰਵਾਈ ਕੀਤੀ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਕੈਦ ਵਿੱਚ ਪਾ ਦਿੱਤਾ। ਇਸ ਤਰ੍ਹਾਂ ਆਈਐਨਏ ਦਾ ਇਹ ਪਹਿਲਾ ਅਧਿਆਇ ਇੱਕਦਮ ਰੁਕ ਗਿਆ। ਭਾਗ 5ਵਾਂ, ਪੁਨਰ ਸੁਰਜੀਤੀ ਅਤੇ ਮੁਕੱਦਮੇ, ਜਾਪਾਨ ਤੋਂ ਲਾਲ ਕਿਲੇ ਤੱਕ ਦਾ ਸਫ਼ਰ। ਅਤੇ ਇਹ ਸਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਦਿਖਾਉਂਦਾ ਹੈ ਕਿ ਲੀਡਰਸ਼ਿਪ ਵਿੱਚ ਕਿਵੇਂ ਇੱਕ ਵੱਡਾ ਬਦਲਾਅ ਆਇਆ। ਆਈਐਨਏ ਦੀ ਕਹਾਣੀ ਉੱਥੇ ਖਤਮ ਨਹੀਂ ਸੀ ਹੋਈ। 1942 ਵਿੱਚ ਸੰਸਥਾਪਕ ਜਨਰਲ ਮੋਹਨ ਸਿੰਘ ਕੈਦ ਵਿੱਚ ਸਨ, ਪਰ ਫਿਰ 1943 ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਜਰਮਨੀ ਤੋਂ ਪਹੁੰਚੇ। ਉਹਨਾਂ ਨੇ ਇਸ ਫੌਜ ਵਿੱਚ ਇੱਕ ਨਵੀਂ ਰੂਹ ਫੂਕੀ, ਸੁਪਰੀਮ ਕਮਾਂਡਰ ਬਣੇ ਅਤੇ ਆਜ਼ਾਦ ਭਾਰਤ ਦੀ ਅਸਥਾਈ ਸਰਕਾਰ ਦੀ ਅਗਵਾਈ ਕੀਤੀ। ਹੁਣ ਫੌਜ ਦੇ ਢਾਂਚੇ ਵਿੱਚ ਇੱਕ ਵੱਡਾ ਫਰਕ ਆਇਆ ਸੀ। ਜਿੱਥੇ ਜਨਰਲ ਮੋਹਨ ਸਿੰਘ ਨੇ ਫੌਜ ਸਿਰਫ ਮਲਾਇਆ ਦੇ ਜੰਗੀ ਕੈਦੀਆਂ ਨਾਲ ਬਣਾਈ ਸੀ, ਉੱਥੇ ਹੀ ਸੁਭਾਸ਼ ਚੰਦਰ ਬੋਸ ਨੇ ਆ ਕੇ ਇਸ ਦਾ ਦਾਇਰਾ ਬਹੁਤ ਵਿਸ਼ਾਲ ਕਰ ਦਿੱਤਾ। ਉਹਨਾਂ ਨੇ ਆਮ ਨਾਗਰਿਕਾਂ ਨੂੰ ਵੀ ਵੱਡੀ ਗਿਣਤੀ ਵਿੱਚ ਭਰਤੀ ਕਰਨਾ ਸ਼ੁਰੂ ਕਰ ਦਿੱਤਾ। ਇਸ ਰਣਨੀਤੀ ਨਾਲ ਆਈਐਨਏ ਸਿਰਫ ਇੱਕ ਫੌਜ ਨਹੀਂ ਰਹੀ ਬਲਕਿ ਇੱਕ ਵੱਡੀ ਜਨਤਕ ਲਹਿਰ ਬਣ ਗਈ। ਆਓ ਹੁਣ ਮੁੜ ਉਸੇ ਤਾਰੀਖ ਵੱਲ ਆਉਂਦੇ ਹਾਂ। ਦੂਜਾ ਵਿਸ਼ਵ ਯੁੱਧ ਖਤਮ ਹੋਇਆ। ਬ੍ਰਿਟਿਸ਼ ਸਰਕਾਰ ਨੇ ਆਈਐਨਏ ਦੇ ਅਧਿਕਾਰੀਆਂ ਤੇ ਦਿੱਲੀ ਦੇ ਲਾਲ ਕਿਲੇ ਵਿੱਚ ਮੁਕੱਦਮੇ ਚਲਾਏ। ਪੂਰੇ ਦੇਸ਼ ਵਿੱਚ ਗੁੱਸੇ ਦਾ ਤੂਫਾਨ ਆ ਗਿਆ। ਲੋਕਾਂ ਦੇ ਇਸ ਭਾਰੀ ਦਬਾਅ ਅਤੇ ਆਜ਼ਾਦੀ ਦੀ ਲਹਿਰ ਅੱਗੇ ਝੁਕਦਿਆਂ ਅੰਗਰੇਜ਼ਾਂ ਨੂੰ ਜਨਰਲ ਮੋਹਨ ਸਿੰਘ ਨੂੰ ਰਿਹਾ ਕਰਨਾ ਪਿਆ। ਅਤੇ ਕੀ ਤੁਹਾਨੂੰ ਪਤਾ ਹੈ ਇਹ ਰਿਹਾਈ ਕਦੋਂ ਹੋਈ? ਬਿਲਕੁਲ ਸਹੀ, 4 ਮਈ 1946 ਨੂੰ, ਮਹਾਰਾਣੀ ਜਿੰਦ ਕੌਰ ਦੇ ਬੰਬਈ ਤੋਂ ਰਵਾਨਾ ਹੋਣ ਤੋਂ ਠੀਕ 85 ਸਾਲ ਬਾਅਦ। ਕੀ ਇਹ ਹੈਰਾਨੀਜਨਕ ਨਹੀਂ ਹੈ? ਤਾਂ ਆਪਾਂ ਪਹੁੰਚ ਗਏ ਹਾਂ ਆਪਣੇ ਆਖਰੀ ਭਾਗ ਦੇ, ਪ੍ਰਭੂਸੱਤਾ ਦੇ 2 ਰਸਤੇ ਅਤੇ 4 ਮਈ ਦੀ ਵਿਰਾਸਤ। ਜੇ ਅਸੀਂ ਇਹਨਾਂ ਸਰੋਤਾਂ ਦਾ ਨਿਚੋੜ ਕੱਢੀਏ ਤਾਂ ਸਾਨੂੰ 2 ਵੱਖੋ-ਵੱਖਰੇ ਪਰ ਬਰਾਬਰ ਦੇ ਪ੍ਰਭਾਵਸ਼ਾਲੀ ਰਸਤੇ ਦਿਖਾਈ ਦਿੰਦੇ ਹਨ। ਇੱਕ ਪਾਸੇ ਮਹਾਰਾਣੀ ਜਿੰਦ ਕੌਰ ਦਾ ਸ਼ਾਂਤ ਸੰਘਰਸ਼ ਸੀ, ਆਪਣੇ ਸੱਭਿਆਚਾਰ ਨੂੰ ਬਚਾਉਣਾ ਅਤੇ ਇੱਕ ਮਾਂ ਦੇ ਤੌਰ ਤੇ ਆਪਣੇ ਪੁੱਤਰ ਤੇ ਪ੍ਰਭਾਵ ਪਾਉਣਾ। ਦੂਜੇ ਪਾਸੇ ਜਨਰਲ ਮੋਹਨ ਸਿੰਘ ਦਾ ਰਸਤਾ ਸੀ, ਇੱਕ ਪੂਰੀ ਫੌਜ ਖੜੀ ਕਰਨਾ ਅਤੇ ਸਿੱਧੀ ਹਥਿਆਰਬੰਦ ਬਗਾਵਤ ਕਰਨਾ। ਦੋਵਾਂ ਦਾ ਤਰੀਕਾ ਵੱਖਰਾ ਸੀ ਪਰ ਮਕਸਦ ਇੱਕੋ ਸੀ, ਪ੍ਰਭੂਸੱਤਾ। ਤਾਂ ਫਿਰ ਜਾਂਦੇ-ਜਾਂਦੇ ਇਹ ਸੋਚਣ ਵਾਲੀ ਗੱਲ ਹੈ ਕਿ ਇੱਕ ਮਾਂ ਦਾ ਸ਼ਾਂਤ ਸੱਭਿਆਚਾਰਕ ਪ੍ਰਭਾਵ ਇਤਿਹਾਸ ਵਿੱਚ ਜ਼ਿਆਦਾ ਡੂੰਘੇ ਛਾਪ ਛੱਡਦਾ ਹੈ ਜਾਂ ਫਿਰ ਇੱਕ ਜਨਰਲ ਦਾ ਹਥਿਆਰਬੰਦ ਸੰਘਰਸ਼, ਜਾਂ ਸ਼ਾਇਦ ਕਿਸੇ ਵੀ ਕੌਮ ਨੂੰ ਆਜ਼ਾਦ ਹੋਣ ਲਈ ਇਨ੍ਹਾਂ ਦੋਵਾਂ ਰਸਤਿਆਂ ਦੀ ਲੋੜ ਪੈਂਦੀ ਹੈ। ਸਰੋਤਾਂ ਦਾ ਇਹ ਐਕਸਪਲੇਨਰ ਸਾਨੂੰ ਇਹ ਸੋਚਣ ਤੇ ਮਜਬੂਰ ਜ਼ਰੂਰ ਕਰਦਾ ਹੈ। ਆਪਾਂ ਫਿਰ ਮਿਲਾਂਗੇ ਇੱਕ ਹੋਰ ਦਿਲਚਸਪ ਵਿਸ਼ਲੇਸ਼ਣ ਨਾਲ। ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।